ਇਹਦੇ ਸੈਲਰ ਲਾ ਰੱਖਿਆ ਪੰਜਾਬ 'ਚ, ਪੈਟਰੋਲ ਪੰਪ ਲਾ ਰੱਖਿਆ, ਆੜ੍ਹ ਦੀ ਦੁਕਾਨ ਆ। ਇਹਦਾ ਕਾਰੋਬਾਰ ਤਾਂ ਚੱਲਦਾ ਕਿਸਾਨਾਂ ਦੇ ਸਿਰ ਤੋਂ ਤੇ ਸਮਰਥਨ ਦਿੰਦਾ ਮੋਦੀ ਨੂੰ। ਸ਼ਰਮ ਦੀ ਗੱਲ ਆ। ਗਰਗ ਸਾਹਿਬ ਸੋਚੇ ਗੱਲ ਵੀ ਕਿਹਦਾ ਦਿੱਤਾ ਖਾਨਾ? ਕਿਸਾਨ ਦਾ ਦਿੱਤਾ ਖਾਨਾ। ਕਿਸਾਨ ਦੇ ਫਸਲ ਤੋਂ ਤੇਰੇ ਬੱਚੇ ਪਲਦੇ ਨੇ, ਤੇਰਾ ਪਰਿਵਾਰ ਪਲਦਾ, ਤੇਰੇ ਰਿਸ਼ਤੇਦਾਰ ਪਲਦੇ ਨੇ। ਸਮਰਥਨ ਤੂੰ ਬੀਜੇਪੀ ਦਾ। ਜੇ ਤੈਨੂੰ ਬੀਜੇਪੀ ਨਾਲ ਪਿਆਰ ਆ ਤਾਂ ਦਿੱਲੀ ਬਥੇਰੀਆਂ ਇੰਡਸਟਰੀਆਂ ਨੇ, ਉੱਥੇ ਜਾ ਕੇ ਆਪਦਾ ਤੂੰ ਕੋਈ ਕਾਰੋਬਾਰ ਤੋਰ। ਉਹ ਤੇ ਕਾਫੀ ਬੁੱਧੀਜੀਵੀ ਖਾਸ ਕਰਕੇ ਕਹਿ ਰਹੇ ਸਨ ਕਿ ਦਿੱਲੀ ਤੋਂ ਕੁਝ ਹਾਸਲ ਨਹੀਂ ਹੋਣਾ। ਬਹੁਤ ਲੋਕਾਂ ਨੇ ਸਮਝਾਇਆ, ਇਸ ਦੇ ਬਾਵਜੂਦ ਵੀ ਕਿਸਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ ਹਟੇ, ਉਹ ਦਿੱਲੀ ਜਾ ਕੇ ਮੁੜੇ ਨੇ। ਕਿਉਂਕਿ ਜਿਹੜੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਇਹਨਾਂ ਨੂੰ ਉਨੀ ਨੌਲੇਜ ਨਹੀਂ ਹੈ ਵੀ ਆਪਾਂ ਦਿੱਲੀ ਜਾਣਾ। ਆਪਣੇ ਜੋਗਿੰਦਰ ਸਿੰਘ ਉਗਰਾਹਾਂ ਜੀ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਨੇ ਵੀ ਆਪਾਂ ਨੂੰ ਦਿੱਲੀ ਜਾਣ ਦੀ ਲੋੜ ਨਹੀਂ। ਭਾਈ ਜੀ ਜਿੰਦਾਬਾਦ ਮੁਰਦਾਬਾਦ ਨਾਲ ਸਰਕਾਰਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹਨਾਂ ਦੇ ਨਿੱਤ ਦੇ ਕੰਮ ਨੇ। ਉੱਥੇ ਕਰੋੜਾਂ ਇਹੋ ਜਿਹੇ ਨੇ ਜੋ ਰੋਜ਼ਾਨਾ ਮੁਰਦਾਬਾਦ ਵਗੇ ਜਿੰਦਾਬਾਦ ਕਰਦੇ ਰਹਿੰਦੇ ਨੇ। ਅੱਜ ਫਿਰ ਕੀ ਹੋ ਗਿਆ ਸੀ ਕਿ ਅੱਜ ਸਾਰੀ ਇਕੱਲੇ ਪੰਜਾਬ ਵਾਲੀ ਭੱਜ ਲਏ, ਅੱਜ ਹਰਿਆਣੇ ਵਾਲੇ ਕਿੱਧਰ ਗਏ? ਇਹ ਹੱਥ ਜਿਹੜੇ ਰੋਟੀ ਚੌਕੇ ਚੁੱਲ੍ਹੇ ਨੂੰ ਸਾਂਭਦੇ ਨੇ, ਇਹ ਜਦੋਂ ਝੰਡੇ 'ਚ ਡੰਡਾ ਪਾ ਕੇ ਨਾਲ ਬਰਾਬਰ ਆ ਕੇ ਖੜਨਗੇ ਤਾਂ ਕਿਤੇ ਵੀ ਸੰਘਰਸ਼ ਹੈ ਜਿਹੜੇ ਉਹ ਉਹ ਪੂਰਨਤਾ ਵੱਲ ਜਾਣਗੇ। ਜਿਹੜੇ ਲੋਕ ਕਿਸਾਨਾਂ ਨੂੰ, ਕਿਸਾਨ ਧਰਨਿਆਂ ਨੂੰ ਸਪੋਰਟ ਨਹੀਂ ਕਰ ਸਕਦੇ, ਉਹਨਾਂ ਨੂੰ ਇਸ ਮੈਡਮ ਤੋਂ, ਇਸ ਪੰਜਾਬ ਦੀ ਧੀ ਤੋਂ ਇਹ ਵੀ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਕਿ ਇੱਕ ਅਧਿਆਪਕਾ, ਇੱਕ ਪਰਿਵਾਰ ਦੀ ਮੁੱਖ ਆਗੂ ਹੋਣ ਦੇ ਬਾਵਜੂਦ ਵੀ ਧਰਨੇ ਦੇ ਵਿੱਚ ਵੀ ਸ਼ਮੂਲੀਅਤ ਕਰਨਾ। ਪਹਿਲਾਂ ਸਰਕਾਰ ਦੁਆਰਾ ਕਿਸਾਨਾਂ ਨੂੰ ਚਿੱਠੀ ਭੇਜਣਾ, ਕਿਸਾਨ ਆਗੂਆਂ ਦੇ ਨਾ ਕਰਨ ਤੇ ਦੁਬਾਰਾ ਫਿਰ ਕਿਸਾਨਾਂ ਨਾਲ ਸੰਪਰਕ ਕਰਨਾ, ਉਹਨਾਂ ਨੂੰ ਦਿੱਲੀ ਬੁਲਾਉਣਾ, ਕੁਛ ਆਪਣੇ ਕੈਬਨਿਟ ਦੇ ਮੰਤਰੀਆਂ ਨੂੰ ਪੰਜਾਬ ਵੱਲ ਭੇਜਣਾ। ਇਹ ਮੋਦੀ ਸਰਕਾਰ ਦੇ ਕੰਮਕਾਜ ਤੇ ਜਿਹੜੀ ਪਿਛਲੇ ਘੰਟਿਆਂ ਦੌਰਾਨ ਗੱਲਬਾਤ ਹੋਈ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ। ਤੇ ਹੁਣ ਜਦੋਂ ਕਿ ਦਿੱਲੀ ਤੋਂ ਬੇਰੰਗ ਕਿਸਾਨ ਆਗੂ ਵਾਪਸ ਪੰਜਾਬ ਵੱਲ ਨੂੰ ਆ ਚੁੱਕੇ ਨੇ, ਸੋ ਇਸ ਮੌਕੇ 'ਤੇ ਆਪਾਂ ਉਗਰਾਹਾਂ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਮੇਲ ਤੁੰਗਾ ਹੋਣਾ ਨਾਲ ਅੱਜ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਸੀ, ਬਹੁਤੇ ਕਾਫੀ ਬੁੱਧੀਜੀਵੀ ਖਾਸ ਕਰਕੇ ਕਹਿ ਰਹੇ ਸਨ ਕਿ ਦਿੱਲੀ ਤੋਂ ਕੁਝ ਹਾਸਲ ਨਹੀਂ ਹੋਣਾ। ਬਹੁਤ ਲੋਕਾਂ ਨੇ ਸਮਝਾਇਆ, ਇਸ ਦੇ ਬਾਵਜੂਦ ਵੀ ਕਿਸਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ ਹਟੇ, ਉਹ ਦਿੱਲੀ ਜਾ ਕੇ ਮੁੜੇ ਨੇ। ਕਿਉਂਕਿ ਜਿਹੜੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਇਹਨਾਂ ਨੂੰ ਉਨੀ ਨੌਲੇਜ ਨਹੀਂ ਹੈ ਵੀ ਆਪਾਂ ਦਿੱਲੀ ਜਾਣਾ। ਆਪਣੇ ਜੋਗਿੰਦਰ ਸਿੰਘ ਉਗਰਾਹਾਂ ਜੀ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਨੇ ਵੀ ਆਪਾਂ ਨੂੰ ਦਿੱਲੀ ਜਾਣ ਦੀ ਲੋੜ ਨਹੀਂ। ਆਪਾਂ ਇਹ ਜ਼ਰੂਰਤ ਰੱਖਦੇ ਹਾਂ, ਇਹ ਏਕੇ ਦੀ ਤਾਕਤ ਆ ਆਪਣੇ ਕੋਲੇ। ਜਿਹੜੀ ਸੰਘਰਸ਼ ਲੋਕਾਂ ਦਾ ਹੈਗਾ, ਲੋਕ ਤਾਕਤ ਆ ਆਪਣੇ ਕੋਲ। ਉਗਰਾਹਾਂ ਸਾਹਿਬ ਤਾਂ ਅੱਜ ਸਭ ਤੋਂ ਅੱਗੇ ਫਿਰਦੇ ਸਨ ਤੇ ਉਹ ਕਹਿੰਦੇ ਨੇ ਵੀ ਦਿੱਲੀ ਨੂੰ ਉਰੇ ਮੰਗਾਉਣ ਦੀ ਜ਼ਰੂਰਤ ਰੱਖਦੇ ਆ। ਪਰ ਦੂਜੀਆਂ ਜਥੇਬੰਦੀਆਂ ਦੇ ਨਾਲ ਤਾਲਮੇਲਵਾ ਸੰਘਰਸ਼ ਸੀਗਾ, ਜਿਸ ਕਾਰਨ ਉਗਰਾਹਾਂ ਜੀ ਨੂੰ ਵੀ ਉੱਥੇ ਜਾਣਾ ਪਿਆ। ਪਰ ਉੱਥੇ ਬੇਸਿੱਟਾ ਮੀਟਿੰਗ ਨਿਕਲੀ ਆ। ਬੇਸਿੱਟਾ ਮੀਟਿੰਗ ਹੋਣ ਤੋਂ ਬਾਅਦ ਮੁਰਦਾਬਾਦ ਦੇ ਨਾਅਰੇ ਲੱਗੇ ਨੇ, ਕਿਉਂਕਿ ਜਿਹੜੇ ਅਫਸਰ ਨੇ ਮੋਦੀ ਦਾ ਆਇਆ ਹੀ ਨਹੀਂ ਹੈਗਾ, ਮੋਦੀ ਨੇ ਤਾਂ ਗੱਲਬਾਤ ਨਹੀਂ ਕੀਤੀ ਤੇ ਆਮ ਅਫਸਰ ਭੇਜਤੇ। ਉਹਨਾਂ ਨਾਲ ਭਲਾ ਸਾਡੇ ਆਗੂਆਂ ਨੇ ਗੱਲਬਾਤ ਕੀ ਕਰਨੀ ਸੀ? ਬਾਈ ਜੀ ਜਿੰਦਾਬਾਦ ਮੁਰਦਾਬਾਦ ਨਾਲ ਸਰਕਾਰਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹਨਾਂ ਦੇ ਨਿੱਤ ਦੇ ਕੰਮ ਨੇ। ਉੱਥੇ ਕਰੋੜਾਂ ਇਹੋ ਜਿਹੇ ਨੇ ਜੋ ਰੋਜ਼ਾਨਾ ਮੁਰਦਾਬਾਦ ਵਗੇ ਜਿੰਦਾਬਾਦ ਕਰਦੇ ਰਹਿੰਦੇ ਨੇ। ਗੱਲ ਇਹ ਵੇ ਕਿ ਕੁਛ ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਵੇਖੀਏ, ਪਹਿਲੀ ਚਿੱਠੀ ਆਈ, ਪਹਿਲਾ ਸੱਦਾ ਆਇਆ, ਕਿਸਾਨ ਯੂਨੀਅਨ ਨੇ ਕਿਹਾ ਕਿ ਅਸੀਂ ਇੱਥੇ ਇਸ ਕਾਰਨ ਤੋਂ ਨਹੀਂ ਗਏ, ਇਹ ਸੱਦਾ ਅਸੀਂ ਤਾਂ ਨਹੀਂ ਸਵੀਕਾਰ ਕੀਤਾ ਕਿ ਜਿਹੜੇ ਹਰਿਆਣੇ ਦੀਆਂ ਸਾਡੀਆਂ ਕਿਸਾਨ ਯੂਨੀਅਨਾਂ ਨੇ ਉਹਨਾਂ ਨਾਲ ਸਾਰਿਆਂ ਨੂੰ ਸਾਨੂੰ ਇਕੱਠਾ ਬੁਲਾਇਆ ਜਾਂਦਾ, ਅਸੀਂ ਫਿਰ ਸੋਚਦੇ। ਅੱਜ ਫਿਰ ਕੀ ਹੋ ਗਿਆ ਸੀ ਕਿ ਅੱਜ ਸਾਰੀ ਇਕੱਲੇ ਪੰਜਾਬ ਵਾਲੀ ਭੱਜ ਲਏ, ਅੱਜ ਹਰਿਆਣੇ ਵਾਲੇ ਕਿੱਧਰ ਗਏ? ਇਹਦੇ ਵਿੱਚ ਕਈ ਤਰ੍ਹਾਂ ਦੇ ਫਰਕ ਰਹਿ ਜਾਂਦੇ ਨੇ ਜੀ, ਸੋਚਣ ਦੇ ਵਿੱਚ ਵੀ ਫਰਕ ਰਹਿ ਜਾਂਦਾ। ਪਰ ਸਰਕਾਰ ਚਾਹੇ ਜੋ ਮਰਜ਼ੀ ਲਾਰੇ ਲਾਈ ਜਾਵੇ, ਬੇਸਿੱਟਾ ਮੀਟਿੰਗਾਂ ਕਰੀ ਜਾਵੇ, ਇੱਕ ਦਿਨ ਇਹ ਜਿਹੜੇ ਕਾਨੂੰਨ ਬਣਾਏ ਨੇ ਇਹਨਾਂ ਨੂੰ ਰੱਦ ਕਰਨੇ ਪੈਣਗੇ। ਕਿਉਂਕਿ ਲੋਕ ਤਾਕਤ ਦੇ ਨਾਲ ਇਹ ਰੱਦ ਹੋਣਗੇ। ਇਹ ਮੀਟਿੰਗਾਂ ਬੇਸਿੱਟਾ ਨਿਕਲਦੀਆਂ ਰਹਿਣਗੀਆਂ, ਪਹਿਲਾਂ ਨਿਕਲੀਆਂ ਨੇ। ਕੁਛ ਵੀ ਇਹ ਮੀਟਿੰਗਾਂ 'ਚੋਂ ਨਹੀਂ ਆਉਂਦਾ ਹੁੰਦਾ। ਇਹ ਤਾਂ ਜਿੰਨਾ ਚਿਰ ਪ੍ਰਧਾਨ ਜੀ ਕਹਿੰਦੇ ਨੇ ਵੀ ਇਹ ਗੱਲ ਕਹਿਣੋਂ ਹੀ ਨਹੀਂ ਹਟਦੇ ਵੀ ਇਹ ਲੋਕਾਂ ਦੇ ਪੱਖ ਦੇ ਕਾਨੂੰਨ ਨੇ, ਉਹਨਾਂ ਚਿਰ ਤਾਂ ਅਸੀਂ ਮੀਟਿੰਗ ਦੇ ਵਿੱਚ ਜਾਣਾ ਹੀ ਨਹੀਂ ਪਸੰਦ ਕਰਦੇ। ਚਲੋ ਇਹਨਾਂ ਨੇ ਕਿਹਾ ਵੀ ਆਓ ਤੁਸੀਂ ਬੈਠ ਕੇ ਗੱਲ ਕਰਾਂਗੇ, ਭਰੋਸਾ ਕਰਨਾ ਪੈਂਦਾ, ਪਰ ਉਹ ਭਰੋਸੇ ਦੇ ਵਿੱਚੋਂ ਕੁਝ ਨਿਕਲਿਆ ਨਹੀਂ, ਭਰੋਸਾ ਤੋੜਿਆ ਉਹਨਾਂ ਨੇ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦਾ ਇਹਨਾਂ ਨੂੰ ਬਹੁਤ ਵੱਡਾ ਸੇਕ ਲੱਗੂਗਾ। ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਲੀਲ ਕੀਤਾ ਸੈਂਟਰ ਨੇ। ਇਸ ਤੋਂ ਬਾਅਦ 'ਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵੀ ਬਿਆਨ ਆਇਆ ਕਿ ਮੋਦੀ ਸਰਕਾਰ ਨੇ ਬਹੁਤ ਹੀ ਮਾੜਾ ਕੀਤਾ, ਬਹੁਤ ਹੀ ਮਾੜਾ ਵਿਹਾਰ ਕੀਤਾ ਕਿਸਾਨਾਂ ਨਾਲ।
ਬਿਹਾਰ ਮਾੜਾ ਹੀ ਹੋਇਆ ਜੀ, ਪਰ ਇਹ ਜਿਹੜਾ ਮਾੜਾ ਬਿਹਾਰ ਸਰਕਾਰ ਨੇ ਕੀਤਾ ਇਹਦਾ ਜਵਾਬ ਸਾਨੂੰ ਦੇਣ ਦੀ ਲੋੜ ਨਹੀਂ, ਆਉਣ ਵਾਲਾ ਸਮਾਂ ਹੀ ਜਵਾਬ ਦੇਊਗਾ। ਆ ਦੇਖੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਕਿਵੇਂ ਜ਼ੋਰ ਫੜਦਾ ਤੇ ਕਿਵੇਂ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਨੇ। ਸਰਕਾਰ ਦੀਆਂ ਚੀਕਾਂ ਕਢਾਵਾਂਗੇ, ਜਿੰਨਾ ਚਿਰ ਚੀਕਾਂ ਹੀ ਨਿਕਲਦੀਆਂ ਉਹਨਾਂ ਚਿਰ ਇਹ ਮੀਟਿੰਗਾਂ ਦੇ ਵਿੱਚ ਨਹੀਂ ਆਉਂਦੇ। ਰਿਪੋਰਟਾਂ ਮੁਤਾਬਕ 14 ਤਰੀਕ ਤੋਂ ਖਾਸ ਕਰਕੇ 14 ਤੋਂ 20 ਤਰੀਕ ਤੱਕ ਮੋਦੀ ਕੈਬਨਿਟ ਦੇ ਵੱਡੇ ਮੰਤਰੀ ਜਿਹੜੇ ਨੇ ਪੰਜਾਬ ਫੇਰੀ ਤੇ ਨੇ, ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ। ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਧਰ ਬੁੱਧੀਜੀਵੀ ਵਰਗ ਹੈ ਜਾਂ ਜਿਹੜੇ ਸਰਕਾਰੀ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਜਿਹੜੇ ਫਿਕਰਮੰਦ ਨੇ, ਦੇਸ਼ ਦੇ ਕਿਸਾਨੀ ਵੱਲ ਜਿਹੜੇ ਫਿਕਰ ਕਰਦੇ ਨੇ, ਲੋਕਾਂ ਦਾ ਫਿਕਰ ਕਰਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਇੰਨਾ ਸੌਖਾ ਨਹੀਂ ਹੈਗਾ ਕਿ ਹੁਣ ਜਥੇਬੰਦੀਆਂ ਇਸ ਕਾਨੂੰਨ ਨੂੰ ਵਾਪਸ ਕਰਾ ਲੈਣਗੀਆਂ। ਹੁਣ ਸਿਰਫ ਸਰਕਾਰ ਇਹਨਾਂ ਨੂੰ ਚਾਲ 'ਚ ਫਸਾਏਗੀ। ਚਾਲਾਂ ਸਰਕਾਰ ਦੀਆਂ ਸਭ ਲੋਕ ਜਥੇਬੰਦੀਆਂ ਸਭ ਸਮਝ ਚੁੱਕੇ ਨੇ, ਚਾਲਾਂ 'ਚ ਨਹੀਂ ਫਸਾ ਸਕਦੇ ਇਹ, ਕਿਉਂਕਿ ਜਿਹੜੀ ਆਪਣੀ ਜਥੇਬੰਦੀ ਦਾ ਜ਼ਾਬਤਾ, ਜਦੋਂ ਵੀ ਕੋਈ ਮੀਟਿੰਗ ਆਉਂਦੀ ਆ ਜਾਂ ਗੱਲਬਾਤ 'ਚ ਬੈਠਦੇ ਆ, ਬੈਠਣਾ ਸਾਡਾ ਫਰਜ਼ ਬਣਦਾ। ਉਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਉਹ ਲੋਕਾਂ ਦੇ ਅੱਗੇ ਅਸੀਂ ਨੇ ਪੇਸ਼ ਕਰ ਦੇਣਾ ਹੁੰਦਾ, ਕਿਉਂਕਿ ਇਹ ਡਰਾਮੇ ਕਰਨਗੇ, ਸਾਨੂੰ ਪਤਾ ਇਹ ਡਰਾਮੇ ਕਰਨਗੇ, ਕਰੀ ਜਾਣੇ, ਪਰ ਜਥੇਬੰਦੀਆਂ ਨੱਕ 'ਚ ਦਮ ਕਰਨਗੀਆਂ, ਇਹਨਾਂ ਨੂੰ ਸੇਕ ਇਹੋ ਜਿਹਾ ਦੇਣਗੀਆਂ, ਇਹ ਸੇਕ ਇਹਨਾਂ ਤੋਂ ਝੱਲਿਆ ਨਹੀਂ ਜਾਣਾ। ਨਾਲੇ 100 ਛਿੱਤਰ ਖਾਣਗੇ, ਨਾਲੇ 100 ਗੰਢੇ ਖਾਣਗੇ, ਇਹਨਾਂ ਨੂੰ ਆਉਣਾ ਲੋਕਾਂ ਵਿੱਚ ਪੈਣਾ, ਇਹ ਨੱਕ ਰਗੜਨਗੇ, ਨਾਲੇ ਕਾਨੂੰਨਾਂ ਨੂੰ ਵਾਪਸ ਲੈਣਗੇ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ। ਜਿਸ ਤਰ੍ਹਾਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਸੁਰਿੰਦਰ ਗਰਗ, ਉਹਨਾਂ ਦੇ ਗੇਟ ਅੱਗੇ ਤੁਸੀਂ ਉਹਨਾਂ ਦਾ ਗੇਟ ਮੱਲ ਕੇ ਬੈਠੇ ਹੋ, ਇਹਦੇ ਨਾਲ ਤੁਹਾਨੂੰ ਕੋਈ ਲੱਗਿਆ ਜਾਂ ਉਹਨਾਂ ਨੇ ਤੁਹਾਨੂੰ ਕੁਝ ਕਿਹਾ, ਤੁਹਾਡੀ ਕੋਈ ਗੱਲਬਾਤ ਹੋਈ ਹੈ? ਗੱਲਬਾਤ ਉਹਨਾਂ ਨਾਲ ਕੋਈ ਨਹੀਂ ਹੋਈ। ਦੇਖੋ ਜਿਹੜੀ ਅੱਜ ਐਡੀ ਵੱਡੀ ਬਦਨਾਮੀ ਹੋ ਰਹੀ ਹੈ ਇਸ ਲੀਡਰ ਦੀ, ਇਹਨੂੰ ਇਹ ਪਤਾ ਵੀ ਕੀ ਬਣ ਰਿਹਾ ਸਾਡੇ ਨਾਲ। ਇੱਕ ਘਰ ਦਾ ਘਰਾਓ ਹੋਣਾ, ਮੁਰਦਾਬਾਦ ਦੇ ਨਾਅਰੇ ਲੱਗਣੇ ਤੇ ਮਾੜਾ ਵਿਅਕਤੀ ਕਿਹਾ ਜਾਣਾ ਇਹਨੂੰ, ਤੇ ਪੰਜਾਬ ਨੂੰ ਲੁੱਟ ਕੇ ਖਾ ਰਹੀ ਆ ਸਰਕਾਰ ਇਹਦੀ। ਇਹਦੇ ਸੈਲਰ ਲਾ ਰੱਖਿਆ ਪੰਜਾਬ 'ਚ, ਪੈਟਰੋਲ ਪੰਪ ਲਾ ਰੱਖਿਆ, ਆੜ੍ਹ ਦੀ ਦੁਕਾਨ ਆ, ਇਹਦਾ ਕਾਰੋਬਾਰ ਤਾਂ ਚੱਲਦਾ ਕਿਸਾਨਾਂ ਦੇ ਸਿਰ ਤੋਂ, ਤੇ ਸਮਰਥਨ ਦਿੰਦਾ ਮੋਦੀ ਨੂੰ। ਸ਼ਰਮ ਦੀ ਗੱਲ ਆ। ਗਰਗ ਸਾਹਿਬ ਸੋਚੇ ਗੱਲ ਵੀ ਕਿਹਦਾ ਦਿੱਤਾ ਖਾਨਾ? ਕਿਸਾਨ ਦਾ ਦਿੱਤਾ ਖਾਨਾ। ਕਿਸਾਨ ਦੇ ਫਸਲ ਤੋਂ ਤੇਰੇ ਬੱਚੇ ਪਲਦੇ ਨੇ, ਤੇਰਾ ਪਰਿਵਾਰ ਪਲਦਾ, ਤੇਰੇ ਰਿਸ਼ਤੇਦਾਰ ਪਲਦੇ ਨੇ। ਸਮਰਥਨ ਤੂੰ ਬੀਜੇਪੀ ਦਾ, ਜੇ ਤੈਨੂੰ ਬੀਜੇਪੀ ਨਾਲ ਪਿਆਰ ਆ ਤਾਂ ਦਿੱਲੀ ਬਥੇਰੀਆਂ ਇੰਡਸਟਰੀਆਂ ਨੇ, ਉੱਥੇ ਜਾ ਕੇ ਆਪਦਾ ਤੂੰ ਕੋਈ ਕਾਰੋਬਾਰ ਤੋਰ ਜੇ ਤੈਨੂੰ ਪਿਆਰ ਆਉਂਦਾ। ਪਰ ਜਿਹੜੇ ਦੇਸ਼ ਦਾ ਖਾਈਏ ਉਹਨੂੰ ਮੰਦਾ ਨਾ ਆਖੀਏ। ਕਿਸਾਨਾਂ ਦੇ ਨਾਲ ਖੜਨਾ ਦਾ ਹੱਕ ਬਣਦਾ ਸੀ, ਜੇ ਨਹੀਂ ਕਿਸਾਨਾਂ ਦੇ ਨਾਲ ਖੜਨਾ ਉਦੋਂ ਛੁੱਟੀ ਕਰ, ਨਹੀਂ ਛੁੱਟੀ ਕਰਾ ਕੇ ਦਮ ਦੇਵਾਂਗੇ। ਜਾਣੀ ਕੁੱਲ ਮਿਲਾ ਕੇ ਤੁਸੀਂ ਜਾਂ ਤਾਂ ਗਰਗ ਸਾਹਿਬ ਤੁਹਾਡੇ ਹੱਕ 'ਚ ਆਉਣਗੇ ਜਾਂ ਤੁਸੀਂ ਇਹਨਾਂ ਦੀ ਛੁੱਟੀ ਕਰਾਓਗੇ। ਆਪਣੇ ਨਾਲ ਸਾਲੂਵਾਲ ਸਾਹਿਬ ਨੇ, ਤੁਹਾਨੂੰ ਪੁੱਛਣਾ ਚਾਹਾਂਗੇ ਜੀ, ਬੜੇ ਦਿਨ ਹੋ ਗਏ ਨੇ, ਸਾਰੀਆਂ ਜਥੇਬੰਦੀਆਂ ਆਪੋ ਆਪਣੇ ਢੰਗ ਨਾਲ ਲੱਗੀਆਂ ਹੋਈਆਂ ਨੇ। ਆਉਣ ਵਾਲੇ ਦਿਨਾਂ ਦੇ ਦੌਰਾਨ ਜਿਸ ਤਰ੍ਹਾਂ ਉਹਨਾਂ ਨੇ ਬੇਰੰਗ ਦਿੱਲੀ ਵਾਲਿਆਂ ਨੇ ਮੋੜ ਦਿੱਤਾ ਹੈ ਕਿਸਾਨ ਆਗੂਆਂ ਨੂੰ, ਤੁਸੀਂ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੀ ਉਮੀਦ ਰੱਖੋਗੇ? ਕਿਸ ਤਰ੍ਹਾਂ ਦੀ ਤੁਹਾਡੀ ਕੋਈ ਰੂਪਰੇਖਾ ਉਲੀਕੀ ਗਈ ਹੈ ਆਉਣ ਵਾਲੇ ਦਿਨਾਂ ਦੀ, ਖਾਸ ਕਰਕੇ ਜਿਹੜੀ ਚੰਡੀਗੜ੍ਹ ਵਾਲੀ ਮੀਟਿੰਗ ਹੋਣ ਤੋਂ ਬਾਅਦ, ਜਿਹਦੇ 'ਚ ਉਗਰਾਹਾਂ ਸਾਹਿਬ ਨੇ ਕਹਿ ਦਿੱਤਾ ਹੈ ਕਿ ਅਸੀਂ ਕੱਲ੍ਹ ਵਾਲੀ ਮੀਟਿੰਗ 15 ਵਾਲੀ ਉਹਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਉਗਰਾਹਾਂ? ਕਿਉਂਕਿ ਜਿਹੜੇ ਇਹ ਆਪਣੇ ਦਿੱਲੀ ਦੇ ਵਿੱਚ ਇਹ ਬੇਸਿੱਟਾ ਨਿਕਲੀ ਹੈ ਇਹ ਮੀਟਿੰਗ ਇਹਨਾਂ ਦੀ, ਉਹ ਆਪਾਂ ਨੂੰ ਪਤਾ ਹੀ ਹੈ ਕਿ ਸਰਕਾਰਾਂ ਦੀਆਂ ਇਹ ਲੁੰਬੜ ਚਾਲਾਂ ਨੇ ਕਿ ਇਹਨਾਂ ਨੂੰ ਭਰਮਾਇਆ ਜਾਵੇ ਤੇ ਜਥੇਬੰਦੀਆਂ ਦੇ ਵਿੱਚ ਦਫਾੜ ਹੋ ਜਾਣ। ਪਰ ਲੇਕਿਨ ਜਿਹੜੀਆਂ ਜਥੇਬੰਦੀਆਂ ਉੱਪਰੋਂ ਬੇਸਿੱਟਾ ਹੋ ਕੇ ਪੰਜਾਬ ਨੂੰ ਵਾਪਸ ਮੁੜ ਰਹੀਆਂ ਨੇ, ਤੇ ਮੀਟਿੰਗ ਕਰਕੇ ਜੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵੀ ਸਾਨੂੰ ਉੱਪਰੋਂ ਆਗੂਆਂ ਦਾ ਹੁਕਮ ਆਊਗਾ, ਸੰਘਰਸ਼ ਅਸੀਂ ਪੂਰਾ ਤੇਜ਼ ਕਰਾਂਗੇ। ਤੇ ਜੇ ਅਗਰ ਸਾਨੂੰ ਜਾਨਾਂ ਵੀ ਵਾਰਨੀਆਂ ਪਈਆਂ ਇਹਦੇ ਵਾਸਤੇ, ਅਸੀਂ ਜਾਨਾਂ ਵਾਰਨ ਵਾਸਤੇ ਵੀ ਤਿਆਰ ਬੈਠੇ ਹਾਂ। ਅੱਜ ਉਗਰਾਹਾਂ ਜਥੇਬੰਦੀ ਦੇ ਨਿਧੜਕ ਇਸਤਰੀ ਆਗੂ ਸਨੇਹਦੀਪ ਮੈਡਮ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ ਸਵਾਗਤ ਹੈ। ਧੰਨਵਾਦ ਜੀ। ਮੈਡਮ, ਜਿਸ ਤਰ੍ਹਾਂ ਤੁਸੀਂ ਉਗਰਾਹਾਂ ਜਥੇਬੰਦੀ ਦੀ ਸਟੇਜ ਦੇ ਉੱਪਰ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ, ਦੂਜੇ ਪਾਸੇ ਜੇ ਵੇਖਿਆ ਜਾਵੇ ਦੇਸ਼ ਦੇ ਹਰ ਨਾਗਰਿਕ ਨੂੰ, ਖਾਸ ਕਰਕੇ ਦੇਸ਼ ਦੀ ਹਰ ਸੁਆਣੀ ਨੂੰ ਚੁੱਲ੍ਹਾ ਚੌਂਕਾ ਚਲਾਉਣੇ ਬਹੁਤ ਮੁਸ਼ਕਲ ਹੋਇਆ ਪਿਆ। ਤੇ ਜੇ ਦੂਜੇ ਪਾਸੇ ਜਿਹੜੀ ਸਿੱਖਿਆ, ਜਿਹੜੀ ਕਿ ਇੱਕ ਇਨਸਾਨ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਰੋਸ਼ਨੀ ਦਿੰਦੀ ਹੈ, ਰਸਤੇ ਦਿਖਾਉਂਦੀ ਹੈ, ਉਸ ਦਾ ਵੀ ਬੁਰਾ ਹਾਲ ਹੈ। ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਜਿਹੜੀ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀਆਂ ਨੇ, ਉਹਨਾਂ ਨੀਤੀਆਂ ਦੇ ਤਹਿਤ ਅੱਜ ਨਾ ਕੇਵਲ ਕਿਸਾਨ, ਅੱਜ ਆਮ ਨਾਗਰਿਕ ਹੈ ਜਿਹੜਾ, ਚਾਹੇ ਉਹ ਦੁਕਾਨਦਾਰ ਵਰਗ ਦਾ ਹੈ, ਚਾਹੇ ਉਹ ਖੇਤੀਬਾੜੀ ਨਾਲ ਜੁੜੇ ਲੋਕ ਤਾਂ ਹਨ ਹੀ,
ਔਰਤਾਂ ਨੇ ਚਾਹੇ ਉਹ ਘਰਾਂ ਦੇ ਵਿੱਚ ਬੈਠੀਆਂ ਨੇ ਆਪਣੇ ਬੱਚਿਆਂ ਦੀ ਖਾਤਰ ਇਹਨਾਂ ਸੰਘਰਸ਼ਾਂ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਤੇ ਜਿਹੜੇ ਮੁਲਾਜ਼ਮ ਵਰਗ ਹੈ ਉਹ ਸਰਕਾਰ ਦੀ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਇਹਨਾਂ ਸੰਘਰਸ਼ੀ ਮੈਦਾਨਾਂ 'ਚ ਨਾਲ ਜੁੜ ਰਹੇ ਨੇ ਤਾਂ ਜੋ ਅਸੀਂ ਜਿਹੜਾ ਸਰਕਾਰ ਦੀ ਨੀਤੀਆਂ ਤੋਂ ਪਰੇਸ਼ਾਨ ਹੈ ਮੁਲਾਜ਼ਮ ਵਰਗ ਉਹਨਾਂ ਦੇ ਸੰਘਰਸ਼ਾਂ ਨੂੰ ਵੀ ਇਹਦੇ ਵਿੱਚੋਂ ਸਾਨੂੰ ਸਾਥ ਵੀ ਮਿਲਦਾ ਹੈ ਤੇ ਸਾਨੂੰ ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਜਿਹੜੇ ਲੋਕ ਕਹਿ ਰਹੇ ਨੇ ਕਿ ਕਿਸਾਨ ਸੜਕਾਂ ਤੇ ਬੈਠੇ ਨੇ ਆਉਂਦੇ ਜਾਂਦੇ ਸ਼ਾਇਦ ਕਈ ਹੱਸਦੇ ਵੀ ਨੇ ਪਰ ਤੁਸੀਂ ਇੱਕ ਔਰਤ ਹੋ ਜਦੋਂ ਆਪਾਂ ਧਰਨਿਆਂ ਦੇ ਵਿੱਚ ਵੇਖੀ ਖਾਸ ਕਰਕੇ ਉਗਰਾਹਾਂ ਜਥੇਬੰਦੀ ਦੇ ਇੱਥੇ ਔਰਤਾਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਬੜੇ ਦਿਨਾਂ ਤੋਂ ਜੇ ਕਹਿ ਲਈਏ ਲਗਭਗ 23 ਤਰੀਕ ਤੋਂ ਤੇ ਇੰਨੇ ਦਿਨ ਹੋ ਚੁੱਕੇ ਨੇ ਉਹਨਾਂ ਦੇ ਵੀ ਘਰ ਕੰਮਕਾਜ ਨੇ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਨੇ ਵੀ ਰੋਟੀਆਂ ਪਕਾਉਣੀਆਂ ਹੁੰਦੀਆਂ ਨੇ ਉਹਨਾਂ ਨੇ ਵੀ ਆਪਣੇ ਘਰ ਪਰਿਵਾਰ ਦੇ ਹੋਰ ਜ਼ਰੂਰੀ ਕੰਮ ਕਰਨੇ ਹੁੰਦੇ ਨੇ ਕਈ ਵੱਧ ਉਮਰ ਦੀਆਂ ਨੇ ਜਿਨ੍ਹਾਂ ਦੀਆਂ ਬੇਟੀਆਂ ਪਿੱਛੇ ਮਿਲਣ ਆ ਜਾਂਦੇ ਨੇ ਪਰਿਵਾਰ ਦੇ ਵਿੱਚ ਤੇ ਇਸ ਵਿਊ ਨੂੰ ਤੁਸੀਂ ਇੱਕ ਔਰਤ ਹੋਣ ਦੇ ਨਾਤੇ ਕਿਸ ਤਰ੍ਹਾਂ ਵੇਖਦੇ ਹੋ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਜਿਹੜਾ ਭਾਰਤੀ ਸਮਾਜ ਹੈ ਇਹਦੇ ਵਿੱਚ ਹਜੇ ਵੀ ਔਰਤ ਨੂੰ ਮਤਲਬ ਇੱਕ ਬਰਾਬਰ ਦੇ ਨਾਗਰਿਕ ਦਾ ਦਰਜਾ ਪ੍ਰਾਪਤ ਨਹੀਂ ਹੈ ਉਸ ਨੂੰ ਆਦਮੀ ਤੋਂ ਦੂਜੇ ਸਥਾਨ ਦਾ ਦਰਜਾ ਪ੍ਰਾਪਤ ਹੈ। ਆਪਣੇ ਇਸ ਸੰਘਰਸ਼ ਨੂੰ ਤਾਂ ਔਰਤ ਨੂੰ ਮਤਲਬ ਉਹਨੂੰ ਬਾਹਰ ਨਿਕਲਣਾ ਹੀ ਪਏਗਾ ਆਪਣੇ ਦਰਜੇ ਨੂੰ ਪ੍ਰਾਪਤ ਕਰਨ ਲਈ ਬਰਾਬਰੀ ਦੇ ਤੇ ਇਹ ਜਿਹੜੀ ਜਥੇਬੰਦੀ ਦੀ ਸੋਚ ਹੈ ਇਹ ਇੱਕ ਅਗਾਂਹਵਧੂ ਜਥੇਬੰਦੀ ਹੈ ਜਿਹੜੀ ਇਹ ਗੱਲ ਦੀ ਸੋਚ ਜਿਹੜੀ ਇਸ ਗੱਲ ਤੇ ਖੜਦੀ ਹੈ ਕਿ ਵੀ ਕੇਵਲ ਮਤਲਬ ਮਰਦਾਂ ਦੇ ਸ਼ਮੂਲੀਅਤ ਨਾਲ ਨਹੀਂ ਧਰਨਿਆਂ ਦੇ ਵਿੱਚ ਪ੍ਰਾਪਤੀ ਹੋਣੀ ਜਾਂ ਜਿਹੜੀ ਜੰਗ ਹੈਗੀ ਹੈ ਇਹ 50% ਨੂੰ ਛੱਡ ਕੇ 50% ਦੀ ਸ਼ਮੂਲੀਅਤ ਨਾਲ ਨਹੀਂ ਕਿਤੇ ਕੋਈ ਪ੍ਰਾਪਤੀ ਹੋ ਸਕਦੀ। ਪੂਰਨ ਪ੍ਰਾਪਤੀ ਲਈ ਸਮਾਜ ਦੇ ਹਰੇਕ ਤਬਕੇ ਨੂੰ ਬਰਾਬਰ ਦਾ ਯੋਗਦਾਨ ਪਾਉਣਾ ਪਏਗਾ। ਇਸ ਸੋਚ ਵਿੱਚੋਂ ਇਸ ਜਥੇਬੰਦੀ ਨੇ ਨਾ ਕੇਵਲ ਬਰਾਬਰ ਦੀ ਸ਼ਮੂਲੀਅਤ ਦਿੱਤੀ ਹੈ ਉਹਨਾਂ ਨੂੰ ਸਟੇਜਾਂ ਦਿੱਤੀਆਂ ਨੇ ਉਹ ਇਹ ਮੰਨਦੇ ਨੇ ਵੀ ਇਹ ਹੱਥ ਜਿਹੜੇ ਰੋਟੀ ਚੌਕੇ ਚੁੱਲ੍ਹੇ ਨੂੰ ਸਾਂਭਦੇ ਨੇ ਇਹ ਜਦੋਂ ਝੰਡੇ 'ਚ ਡੰਡਾ ਪਾ ਕੇ ਨਾਲ ਬਰਾਬਰ ਆ ਕੇ ਖੜਨਗੇ ਤਾਂ ਕਿਤੇ ਵੀ ਸੰਘਰਸ਼ ਹੈ ਜਿਹੜੇ ਉਹ ਮਤਲਬ ਉਹ ਪੂਰਨਤਾ ਵੱਲ ਜਾਣਗੇ। ਸੋ ਇਹ ਸਨ ਸਾਡੇ ਨਾਲ ਇੱਕ ਅਧਿਆਪਕਾ ਮੈਡਮ ਸਨੇਹਦੀਪ ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਆਪਣੀ ਗੱਲਬਾਤ ਰੱਖੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਕਿਸ ਤਰ੍ਹਾਂ ਦਾ ਰੂਪ ਧਾਰਦਾ ਹੈ ਜਿਹੜੇ ਲੋਕ ਕਿਸਾਨਾਂ ਨੂੰ ਕਿਸਾਨ ਧਰਨਿਆਂ ਨੂੰ ਸਪੋਰਟ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਮੈਡਮ ਤੋਂ ਇਸ ਪੰਜਾਬ ਦੀ ਧੀ ਤੋਂ ਇਹ ਵੀ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਹੈ ਕਿ ਇੱਕ ਅਧਿਆਪਕਾ ਇੱਕ ਪਰਿਵਾਰ ਦੀ ਮੁੱਖ ਆਗੂ ਹੋਣ ਦੇ ਬਾਵਜੂਦ ਵੀ ਧਰਨੇ ਦੇ ਵਿੱਚ ਵੀ ਸ਼ਮੂਲੀਅਤ ਕਰਨਾ ਇਹ ਛੋਟੀ ਜੀ ਗੱਲ ਨਹੀਂ। ਮੈਂ ਸਾਹਿਬ ਵਿਰਕ ਪੀਟੀਕਲ